हर कॉलेज ने कोविड का हवाला देंदे हुए यही कहा कि कोविड का चल रहा टाइम तो थोड़ा डिले हो रहा प्रोसैस थोड़ा अंडर प्रोसैस है जिहड़ा रिफंड है एटलीस्ट सानू साडा पैसा रिफंड किया जाए। देखने वाली गल ये हुई कि कॉलेज उत्थे बंद हो गए सी। एक कॉलेज मेन और सारा शटडाउन अपना कर गए सी, उत्थे बच्चे गए उन्होंने कोई रिस्पॉन्स नहीं अगे। साडे पेरेंट्स ने अज तक अपनी जिन्नी भी कमाई आ उन्होंने इकट्ठा करके सानू बाहर भेजने की कोशिश की थी ताकि साडा फ्यूचर बन सके। कॉलेज ने अपने आप को बैंकरप्ट शो करता तो इनू सरकार नू अपने आप को सौंपता उन्होंने। साडा अमाउंट आ किसी ने लोन चक के लाया, किसी ने अपनी जमीनां गहने धरियां ने। जिहड़ी साडे घरदियां दी कमाई है उन्हां दे पैसे ने मेहनत दी कमाई है। सानू ये भी नहीं हजे पता लग रहा कि वो पैसा वापस आएगा या नहीं आएगा। बैंक वाले घरे आके बहंदे हैं, सानू पता कि असीं कितना सफ़र कर रहे हैं इस चीज़ तो। बीइंग अ गर्ल समटाइम्स आई फील कि आई एम बर्डन ऑन माई पेरेंट्स बिकॉज इट्स टू डिफिकल्ट फॉर दैम कि वो मतलब किवें किवें करके अपनी EMIs दिंदे पे आ। ਇਹ ਹੈ ਕਿ ਅਸੀਂ ਪਿਛਲੇ 2 ਸਾਲਾਂ ਤੋਂ ਆਪਣੀ ਫੋਰਨ ਦੇ ਵਿੱਚ ਸਾਡੀ ਕੈਨੇਡਾ ਦੇ ਵਿੱਚ ਸਟੱਡੀ ਵੀ ਜਿਹੜੀ ਚੱਲ ਰਹੀ ਸੀ। 2 ਸਾਲਾਂ ਤੋਂ ਇਹ ਸਾਡਾ ਪੂਰਾ ਪ੍ਰੋਸੈਸ ਜਿਹੜਾ ਉੱਥੇ ਚੱਲ ਰਿਹਾ ਸੀ ਤੇ ਐਟ ਦੀ ਐਂਡ ਆ ਕੇ ਸਾਨੂੰ ਰਿਫਿਊਜ਼ਲ ਮਿਲਦੀ ਹੈ ਤੇ ਰਿਫਿਊਜ਼ਲ ਆਉਣ ਤੋਂ ਬਾਅਦ ਅਸੀਂ ਰੀਫੰਡ ਲਈ ਜੋ ਕਿ ਸਾਡਾ ਇੱਕ ਹੱਕ ਹੈ ਉਹਦੇ ਲਈ ਅਸੀਂ ਅਪਲਾਈ ਕਰਦੇ ਹਾਂ ਤੇ ਪਿਛਲੇ 6-7 ਮਹੀਨਿਆਂ ਤੋਂ ਅਸੀਂ ਰੀਫੰਡ ਦਾ ਜਿਹੜਾ ਪ੍ਰੋਸੈਸ ਹੈ ਸਾਡਾ ਚੱਲ ਰਿਹਾ ਤੇ ਹਾਲੇ ਤੱਕ ਜੋ ਕਿ ਸਾਡਾ ਸਿਰੇ ਨਹੀਂ ਚੜ੍ਹ ਰਿਹਾ। ਤੇ ਉਹਦੇ ਮੇਨ ਸਾਰਾ ਸੰਦਰਭ ਦੇ ਵਿੱਚ ਅੱਜ ਦੀ ਸਾਡੀ ਇਹ ਪ੍ਰੈਸ ਕਾਨਫਰੰਸ ਜਿਹੜੀ ਹੈਗੀ ਹੈ ਅਸੀਂ ਇੱਥੇ ਮਤਲਬ ਇਕੱਠੇ ਹੋਏ ਆ ਸਾਰੇ। ਤਾਂ ਮੇਨ ਮੈਂ ਸ਼ੁਰੂ ਕਰਦਾ ਜਿਵੇਂ ਕਿ ਜਿਹੜਾ ਸਾਡਾ ਮੁੱਦਾ ਮੇਰੀ ਜਿਹੜੀ ਐਡਮਿਸ਼ਨ ਹੈ M ਕਾਲਜ ਦੇ ਵਿੱਚ ਜਨਵਰੀ 2020 ਦੇ ਵਿੱਚ ਮੈਂ ਆਫਰ ਲੈਟਰ ਉੱਥੇ ਅਪਲਾਈ ਕੀਤਾ ਸੀ। ਜਨਵਰੀ 2020 ਤੋਂ ਬਾਅਦ ਮੇਰੀ ਫਰਵਰੀ ਦੇ ਵਿੱਚ ਉਸ ਕਾਲਜ ਦੇ ਵਿੱਚ ਮੈਂ ਫੀਸ ਸਬਮਿਟ ਕਰਤੀ। 2020 ਦੀ ਮੈਂ ਗੱਲ ਦੱਸ ਰਿਹਾ, ਇਹ ਕੋਵਿਡ ਤੋਂ ਪਹਿਲਾਂ ਦੀ। ਆਫਟਰ ਦੈਟ ਕੀ ਹੈ ਕਰੋਨਾ ਮਹਾਮਾਰੀ ਆ ਗਈ, ਕੋਵਿਡ ਆ ਗਿਆ ਤੇ ਅੰਬੈਸੀਜ਼ ਬੰਦ ਹੋ ਗਈਆਂ, ਸਾਡੀਆਂ ਫਾਈਲਸ ਉੱਥੇ ਲੌਜ ਨਹੀਂ ਹੋ ਪਾਈਆਂ। ਤੇ ਉਸ ਤੋਂ ਕੁਝ ਸਮਾਂ ਬਾਅਦ ਜਿਵੇਂ ਜੁਲਾਈ ਦੇ ਵਿੱਚ ਮੈਂ ਆਪਣੀ ਫਾਈਲ ਲੌਜ ਕੀਤੀ 2020 ਦੇ ਵਿੱਚ ਤੇ ਉਸ ਟਾਈਮ ਤੇ ਕਾਫੀ ਜ਼ਿਆਦਾ ਰਸ਼ ਸੀ ਅੰਬੈਸੀ ਦੇ ਵਿੱਚ, ਡਿਸੀਜਨ ਨਹੀਂ ਸੀ ਆਉਂਦੇ ਫਾਈਲਾਂ ਤੇ। ਤਾਂ ਉੱਥੋਂ ਦੀ ਗਵਰਨਮੈਂਟ ਨੇ ਕੀ ਕੀਤਾ, ਇੱਕ ਨਵਾਂ ਪ੍ਰੋਸੈਸ ਸਟਾਰਟ ਕੀਤਾ ਵੀਜ਼ਾ ਦੇਣ ਦੇ ਲਈ। ਉਹ ਸੀਗਾ AIP ਦਾ ਪ੍ਰੋਸੈਸ ਜਿਹਨੂੰ ਬੋਲਦੇ ਆ ਅਪਰੂਵਲ ਇਨ ਪ੍ਰਿੰਸੀਪਲ। ਤੇ ਗਵਰਨਮੈਂਟ ਕੀ ਹੈ ਸਾਰੇ ਡਾਕੂਮੈਂਟ ਉੱਥੋਂ ਸਾਡੇ ਸਟੂਡੈਂਟਸ ਦੇ ਰਿਵਿਊ ਕਰਨ ਤੋਂ ਬਾਅਦ ਇੱਕ AIP ਲੈਟਰ ਪ੍ਰੋਵਾਈਡ ਕਰਦੀ ਸੀ, ਦਿੰਦੀ ਸੀ ਸਟੂਡੈਂਟ ਨੂੰ। ਤੇ ਉਹਦਾ ਮਤਲਬ ਹੁੰਦਾ ਸੀ ਕਿ ਤੁਸੀਂ ਐਲੀਜੀਬਲ ਹੋ ਆਨਲਾਈਨ ਕਲਾਸਿਸ ਲਈ ਤੇ ਤੁਹਾਡੇ ਡਾਕੂਮੈਂਟ ਆਲਰੇਡੀ ਰਿਵਿਊ ਕਰ ਲਏ ਗਏ ਆ, ਤੁਹਾਡਾ ਵੀਜ਼ਾ ਆਲਮੋਸਟ ਸ਼ੋਰ ਹੈ। ਤੇ ਉਸ ਤੋਂ ਬਾਅਦ ਇੱਕ ਪ੍ਰੋਸੈਸ ਹੁੰਦਾ ਸੀ ਬਾਇਓਮੈਟ੍ਰਿਕਸ ਦਾ। ਬਾਇਓਮੈਟ੍ਰਿਕ ਹੋਣ ਤੋਂ ਬਾਅਦ ਅਗਰ ਤੁਹਾਡਾ ਕੋਈ ਵੀ ਕ੍ਰਿਮੀਨਲ ਬੈਕਗਰਾਊਂਡ ਨਹੀਂ ਹੈ ਤਾਂ ਤੁਹਾਡਾ ਵੀਜ਼ਾ ਜਿਹੜਾ ਸੀਗਾ 100% ਸ਼ੋਰ। ਤੇ ਉਸ ਤੋਂ ਬਾਅਦ ਸਾਰੇ ਬੱਚਿਆਂ ਦੇ ਤਕਰੀਬਨ AIP ਆ ਗਏ ਤੇ ਬੱਚਿਆਂ ਨੇ ਕੀ ਹੈ ਆਪਣੀ ਆਨਲਾਈਨ ਕਲਾਸਿਸ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਟਾਈਮ ਤੇ ਹੀ ਉੱਥੋਂ ਦੀ ਗਵਰਨਮੈਂਟ ਨੇ ਇੱਕ ਰੂਲ ਬਣਾਇਆ ਸੀ ਕਿ ਅਗਰ ਕੋਈ ਸਟੂਡੈਂਟ ਜਿਹੜੀ ਆਪਣੀ ਸਟੱਡੀ ਹੈ ਇਨਸਾਈਡ ਕੈਨੇਡਾ ਜਾਂ ਆਊਟਸਾਈਡ ਕੈਨੇਡਾ ਕਰਦਾ ਤਾਂ ਸਟੱਡੀ ਦੇ ਰਿਲੇਟਡ ਜੋ ਵੀ ਉਹਦਾ ਅੱਗੇ ਫਿਊਚਰ ਦੇ ਵਿੱਚ ਉਹਨੂੰ ਵਰਕ ਪਰਮਿਟ ਮਿਲਦਾ ਉਹ ਐਲੀਜੀਬਲ ਹੋਏਗਾ, ਫੁੱਲੀ ਐਲੀਜੀਬਲ ਹੋਏਗਾ, ਚਾਹੇ ਉਹ ਇਨਸਾਈਡ ਕੈਨੇਡਾ ਸਟੱਡੀ ਕਰਦਾ ਚਾਹੇ ਆਊਟਸਾਈਡ ਕੈਨੇਡਾ। ਇਸ ਭਰੋਸੇ ਦੇ ਨਾਲ ਹੀ ਸਾਰੇ ਸਟੂਡੈਂਟ ਨੇ ਆਪਣੀਆਂ ਜਿਹੜੀਆਂ ਆਨਲਾਈਨ ਕਲਾਸਿਸ ਸੀਆਂ ਸ਼ੁਰੂ ਕਰ ਲਈਆਂ। ਤੇ ਆਨਲਾਈਨ ਕਲਾਸਿਸ ਸ਼ੁਰੂ ਕਰਨ ਦੇ ਨਾਲ ਹੀ ਉਸੇ ਟਾਈਮ ਤੇ ਸੇਮ ਸਾਨੂੰ ਕਾਲਜ ਨੇ ਇੱਕ ਆਪਣੀ ਰੀਫੰਡ ਪਾਲਿਸੀ ਜਿਹੜੀ ਕਿ ਕਾਲਜ ਦੀ ਹੁੰਦੀ ਹੈ ਉਹ ਕਾਲਜ ਸਾਰੇ ਸਟੂਡੈਂਟਸ ਨੇ ਮੰਗਵਾਈ। ਤਾਂ ਰੀਫੰਡ ਪਾਲਿਸੀ ਕਾਲਜ ਨੇ ਪ੍ਰੋਵਾਈਡ ਕੀਤੀ ਤੇ ਉਹਦੇ ਸਾਫ਼ ਲਿਖਿਆ ਹੋਇਆ ਸੀ ਕਿ ਇਨ ਕੇਸ ਤੁਹਾਡਾ ਕਿਸੇ ਵੀ ਪੁਆਇੰਟ ਤੇ ਜਾ ਕੇ ਸਟੱਡੀ ਪਰਮਿਟ ਜਿਹੜਾ ਰਿਫਿਊਜ਼ ਹੋ ਜਾਂਦਾ ਤਾਂ ਤੁਸੀਂ ਫੁੱਲੀ ਰੀਫੰਡ ਲਈ ਐਲੀਜੀਬਲ ਹੋ। ਉਹਦੇ 'ਚੋਂ ਸਿਰਫ ਜੋ ਵੀ ਉਹਨਾਂ ਦੀ ਪ੍ਰੋਸੈਸਿੰਗ ਫੀਸ ਸੀਗੀ $350 ਦੇ ਅਰਾਊਂਡ ਸੀਗੀ, ਉਹ ਡਿਡਕਟ ਹੋਣ ਤੋਂ ਬਾਅਦ ਜਿੰਨੀ ਵੀ ਤੁਸੀਂ ਫੀਸ ਪੇ ਕੀਤੀ ਹੈ ਕਾਲਜ 'ਚ ਜਿਹੜੀ ਕਿ $15,000 ਦੇ ਕੈਨੇਡੀਅਨ ਡਾਲਰ ਦੇ ਕਰੀਬ ਹੈ ਉਹ ਤੁਹਾਡੀ ਰੀਫੰਡ ਹੋ ਜਾਏਗੀ। ਪਰ ਫਿਰ ਅਸੀਂ ਉਹ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਸਾਰੇ ਸਟੂਡੈਂਟਸ ਨੇ ਤੇ ਆਪਣੇ ਜਿਹੜੇ ਐਜੂਕੇਸ਼ਨਲ ਕੰਸਲਟੈਂਟ ਇੱਥੇ ਹੁੰਦੇ ਸੀਗੇ ਜਿਨ੍ਹਾਂ ਤੋਂ ਫਾਈਲਸ ਲਗਾਈਆਂ ਸੀ, ਬਹੁਤ ਬੱਚੇ ਨੇ ਜਿਨ੍ਹਾਂ ਨੇ IDP ਤੋਂ ਫਾਈਲਾਂ ਲਾਈਆਂ ਸੀ ਜਾਂ ਕੈਨਮ ਤੋਂ ਜਾਂ ਲੈਂਡਮਾਰਕ ਤੋਂ, ਹੋਰ ਕਾਫੀ ਇੱਦਾਂ ਦੇ ਆਪਣੇ ਜਿਹੜੇ ਨਾਮਵਾਰ ਕੰਸਲਟੈਂਟ ਨੇ ਉਹਨਾਂ ਦੇ ਥਰੂ ਇਹਨਾਂ ਕਾਲਜਾਂ ਦੇ ਵਿੱਚ ਐਡਮਿਸ਼ਨ ਲਈ ਸੀ। ਤਾਂ ਉਹਨਾਂ ਦੀ ਸਾਰਿਆਂ ਦੀ ਸਲਾਹ ਦੇ ਨਾਲ ਹੀ ਸਾਰੇ ਬੱਚਿਆਂ ਨੇ ਆਪਣੀ ਜਿਹੜੀ ਹੈਗੀ ਆ ਆਨਲਾਈਨ ਕਲਾਸਿਸ ਆਨਲਾਈਨ ਸਟੱਡੀ ਜਿਹੜੀ ਹੈ ਉਹ ਸਟਾਰਟ ਕਰਤੀ ਸੀ ਲਗਭਗ।
ਨਵੰਬਰ ਦੇ ਵਿੱਚ 2020 ਦੇ ਵਿੱਚ ਸਾਡੀ ਆਨਲਾਈਨ ਸਟੱਡੀ ਜਿਹੜੀ ਹੈ ਸਟਾਰਟ ਹੋ ਗਈ ਸੀ। ਮੌਂਟਰੀਅਲ ਦੇ ਵਿੱਚ ਮੈਂ ਕਲਾਸਿਸ ਲਾਉਂਦਾ ਰਿਹਾ ਤੇ ਸਾਡੇ ਨਾਲ ਦੇ ਕਈ ਸਟੂਡੈਂਟਸ ਨੇ ਜਿਹੜੇ ਕਲਾਸਿਸ ਲਾਉਂਦੇ ਰਹੇ ਆ। ਤੇ ਫਿਰ ਉਸ ਤੋਂ ਬਾਅਦ ਜਦੋਂ ਦਸੰਬਰ 2020 ਆਉਂਦਾ ਤਾਂ ਨਾਲ ਦੀ ਨਾਲ ਕੁਝ ਕੁ ਬੱਚਿਆਂ ਦੇ ਵੀਜ਼ਾਸ ਵੀ ਆਉਂਦੇ ਰਹੇ ਆ, ਬੱਚੇ ਟਰੈਵਲ ਵੀ ਕਰਦੇ ਰਹੇ ਆ, ਪਰ ਮੋਸਟਲੀ ਕੀ ਆ ਰਿਜ਼ਲਟ ਨਹੀਂ ਆਉਂਦੇ ਸੀ ਫਾਈਲ ਤੇ ਜਿਨ੍ਹਾਂ ਨੇ ਮੌਂਟਰੀਅਲ ਕਿਊਬਿਕ ਦੇ ਵਿੱਚ ਆਪਣੀਆਂ ਫਾਈਲਸ ਲਗਾਈਆਂ ਹੋਈਆਂ ਸੀ। ਤਾਂ ਦਸੰਬਰ 2020 ਦੇ ਵਿੱਚ ਜਿਹੜਾ ਸੀਗਾ ਸਾਡਾ ਉੱਥੋਂ ਦੇ 10 ਕਾਲਜ ਸੀਗੇ ਮੌਂਟਰੀਅਲ ਦੇ ਜਿਨ੍ਹਾਂ ਦਾ ਕਿ CAQ ਲੈਟਰ ਉੱਥੋਂ ਦੀ ਗਵਰਨਮੈਂਟ ਨੇ ਸਸਪੈਂਡ ਕਰਤਾ ਸੀ। ਜਿਹੜਾ CAQ ਲੈਟਰ ਹੈ ਉਹ ਹੈਗਾ ਕਿਊਬਿਕ ਅਸੈਪਟੈਂਸ ਲੈਟਰ। ਪਹਿਲਾਂ ਕਿਊਬਿਕ ਦੀ ਸਰਕਾਰ ਹੈ ਜਿਹੜੀ, ਕਿਊਬਿਕ ਉੱਥੋਂ ਦਾ ਇੱਕ ਸੂਬਾ, ਮੌਂਟਰੀਅਲ ਉੱਥੇ ਦੀ ਸਿਟੀ ਆ, ਤੇ ਪਹਿਲਾਂ ਕਿਊਬਿਕ ਦੀ ਗਵਰਨਮੈਂਟ ਅਪਰੂਵ ਕਰਦੀ ਸੀ ਵੀਜ਼ਾ। ਆਫਟਰ ਦੈਟ ਕੀ ਹੈ, ਤੁਸੀਂ ਅੰਬੈਸੀ 'ਚ ਉਹ ਲੈਟਰ ਦੇ ਨਾਲ ਫਾਈਲ ਲਾਉਂਦੇ ਹੋ ਤੇ ਫਿਰ ਅੰਬੈਸੀ ਕੈਨੇਡਾ ਦਾ ਤੁਹਾਨੂੰ ਵੀਜ਼ਾ ਪ੍ਰੋਵਾਈਡ ਕਰਦੀ ਹੈ। ਤਾਂ ਕੋਈ ਇਹਨਾਂ ਕਾਲਜਾਂ ਤੇ ਕੋਈ ਇਹਨਾਂ ਦੀ ਇਨਵੈਸਟੀਗੇਸ਼ਨ ਦਾ ਹਵਾਲਾ ਦੇ ਕੇ ਇਹਨਾਂ ਦੇ CAQ ਲੈਟਰ ਜਿਹੜੇ ਆ ਸਸਪੈਂਡ ਕਰ ਦਿੱਤੇ ਗਏ। ਜਨਵਰੀ 2021 ਤੇ ਦਸੰਬਰ 2020 ਦੇ ਆਸ-ਪਾਸ ਦੀ ਇਹ ਗੱਲ ਹੈ। ਤਾਂ 15-20 ਦਿਨ ਬਾਅਦ ਇਹ ਦੁਬਾਰਾ ਤੋਂ ਬਹਾਲ ਕਰ ਦਿੱਤੇ ਗਏ। ਜਿਹੜੇ CAQ ਲੈਟਰ ਹੈ ਦੁਬਾਰਾ ਤੋਂ ਉੱਥੋਂ ਦੀ ਗਵਰਨਮੈਂਟ ਇਸ਼ੂ ਕਰਨ ਲੱਗ ਗਈ ਇਹਨਾਂ ਕਾਲਜਸ ਦੇ। ਪਰ ਫਿਰ ਵੀ ਕੀ ਹੈ, ਬੱਚੇ ਵੇਟ ਕਰਦੇ ਰਹੇ ਕਿ ਸਾਡੇ ਵੀਜ਼ਾਸ ਆਉਣਗੇ, ਅਸੀਂ ਟਰੈਵਲ ਕਰਾਂਗੇ, ਉੱਥੇ ਜਾਵਾਂਗੇ। ਸਿਰਫ ਇੱਕ ਕਿਊਬਿਕ ਪ੍ਰੋਵਿੰਸ ਦਾ ਹੋ ਰਿਹਾ ਸੀ, ਹੋਰ ਪ੍ਰੋਵਿੰਸ ਕਿਸੇ ਨੇ ontario ਲਾਈ ਹੈ, ਕਿਸੇ ਨੇ ਬ੍ਰਿਟਿਸ਼ ਕੋਲੰਬੀਆ ਆਪਣੀ ਫਾਈਲ ਲਾਈ ਹੈ, ਉਹਨਾਂ ਦੇ ਤਕਰੀਬਨ ਰਿਜ਼ਲਟ ਆ ਰਹੇ ਸੀਗੇ ਤੇ ਉਹ ਬੱਚੇ ਟਰੈਵਲ ਕਰ ਰਹੇ ਸੀ। ਫਿਰ ਇੱਦਾਂ ਹੀ ਕਰਦੇ ਕਰਦੇ ਡਿਲੇ ਹੁੰਦੀ ਗਈ ਤੇ ਬੱਚਿਆਂ ਨੇ ਫਿਰ ਅੱਗੇ ਜਾ ਕੇ ਕੀ ਹੈ ਇੱਕ ਪ੍ਰੋਟੈਸਟ ਜਿਹੜਾ ਰੱਖਿਆ ਇੱਥੇ ਆਪਣਾ VFS ਦੇ ਬਾਹਰ ਐਲੈਂਟੇ ਦੇ ਵਿੱਚ ਜਿਹੜੀ ਕੈਨੇਡਾ ਦੀ ਅੰਬੈਸੀ ਹੈ ਉੱਥੇ ਪ੍ਰੋਟੈਸਟ ਰੱਖਿਆ ਤੇ ਉੱਥੇ ਬੱਚੇ ਇਕੱਠੇ ਹੋਏ। ਸਾਰੇ ਇਕੱਠੇ ਹੋਣ ਤੋਂ ਬਾਅਦ ਉਸ ਤੋਂ ਕੁਝ ਟਾਈਮ ਤੋਂ ਬਾਅਦ ਕੀ ਹੈ ਹੌਲੀ ਹੌਲੀ ਕੀ ਹੈ ਕਿਊਬਿਕ ਦੇ ਵੀ ਵੀਜ਼ਾਸ ਆਉਣ ਲੱਗੇ। ਵੀਜ਼ਾਸ ਆਉਣ ਲੱਗੇ ਪਰ ਦੇਖਣ ਵਾਲੀ ਗੱਲ ਇਹ ਹੋਈ ਕਿ ਵੀਜ਼ਾਸ ਰਿਫਿਊਜ਼ਲ ਦੇ ਵਿੱਚ ਆਏ। 90% ਬੱਚਿਆਂ ਦੀ ਕੀ ਹੈ ਰਿਫਿਊਜ਼ਲ ਆਉਂਦੀ ਰਹੀ ਤੇ ਰਿਫਿਊਜ਼ਲ ਆਉਣ ਤੋਂ ਬਾਅਦ ਸਾਰੇ ਬੱਚੇ ਰੀਫੰਡ ਦੇ ਹੱਕਦਾਰ ਜਿਵੇਂ ਸੀਗੇ ਤਾਂ ਬੱਚੇ ਨਾਲ ਦੀ ਨਾਲ ਆਪਣਾ ਰੀਫੰਡ ਅਪਲਾਈ ਕਰਦੇ ਗਏ। ਰੀਫੰਡ ਜਿਹੜਾ ਹੈ ਉਹ ਬੱਚਿਆਂ ਦਾ ਕੁਝ ਕੁ ਬੱਚਿਆਂ ਦਾ ਆਪਾਂ ਕਹਿ ਸਕਦੇ 1 ਜਾਂ 2% ਬੱਚਿਆਂ ਦਾ ਰੀਫੰਡ ਜਿਹੜਾ ਆਇਆ ਉੱਥੋਂ। ਤੇ ਉਸ ਤੋਂ ਬਾਅਦ ਕੀ ਹੈ ਤੇ ਕੋਵਿਡ ਦਾ ਹੀ ਹਵਾਲਾ ਦਿੰਦੇ ਹੋਏ ਹਰ ਕਾਲਜ ਨੇ ਕੋਵਿਡ ਦਾ ਹਵਾਲਾ ਦਿੰਦੇ ਹੋਏ ਇਹੀ ਕਿਹਾ ਕਿ ਕੋਵਿਡ ਦਾ ਚੱਲ ਰਿਹਾ ਟਾਈਮ ਤੇ ਤੁਹਾਡਾ ਡਿਲੇ ਹੋ ਰਿਹਾ, ਪ੍ਰੋਸੈਸ ਤੁਹਾਡਾ ਅੰਡਰ ਪ੍ਰੋਸੈਸ ਹੈ ਜਿਹੜਾ ਰੀਫੰਡ ਹੈ। ਤੇ ਫਿਰ ਜਿਵੇਂ 3 ਕਾਲਜ ਸਾਡੇ ਹੈਗੇ ਨੇ ਜਿਹੜੇ ਦਾ ਹੁਣ ਰੌਲਾ ਚੱਲ ਰਿਹਾ, ਉਹ ਹੈਗਾ M ਕਾਲਜ, CDE ਕਾਲਜ ਤੇ CCSQ ਕਾਲਜ। ਫਿਰ ਇਸ ਕਾਲਜਾਂ ਦਾ ਇਹਨਾਂ ਕਾਲਜਾਂ ਦਾ ਜਦੋਂ ਦਸੰਬਰ 2021 ਆ ਗਿਆ ਤਾਂ ਉਦੋਂ ਇਹ ਕਾਲਜ ਕਹਿੰਦੇ ਕਿ ਸਾਡੀ ਬ੍ਰੇਕ ਆ, ਵਿੰਟਰ ਬ੍ਰੇਕ ਹੈ ਜਿਹੜੀ ਕਿ 10 ਜਨਵਰੀ 2022 ਨੂੰ ਸਾਡੀ ਵਿੰਟਰ ਬ੍ਰੇਕ ਖਤਮ ਹੋਣੀ ਆ। ਵਿੰਟਰ ਬ੍ਰੇਕ ਖਤਮ ਹੋਣ ਤੋਂ ਬਾਅਦ ਹੀ ਤੁਹਾਡਾ ਜਿਹੜਾ ਪ੍ਰੋਸੈਸ ਹੈ ਰਿਫੰਡ ਦਾ ਉਹ ਅੱਗੇ ਵਾਲਾ ਚੱਲੇਗਾ ਤੇ ਤੁਹਾਡੇ ਰੀਫੰਡ ਜਿਹੜੇ ਆਉਣੇ ਸਟਾਰਟ ਹੋ ਜਾਣਗੇ। ਤਾਂ ਬੱਚੇ ਇਸੇ ਚੀਜ਼ ਨੂੰ ਦੇਖਦੇ ਹੋਏ ਆਪਣੇ ਕੰਸਲਟੈਂਟਾਂ ਨਾਲ ਵੀ ਸਾਡਾ ਰਾਬਤਾ ਸੀਗਾ, ਉਹਨਾਂ ਨਾਲ ਵੀ ਅਸੀਂ ਗੱਲ ਕਰਦੇ ਰਹੇ ਤੇ ਉਹ ਵੀ ਇਹੀ ਕਹਿ ਰਹੇ ਸੀ ਕਿ ਸਾਡੀ ਕਾਲਜ ਨਾਲ ਗੱਲ ਚੱਲ ਰਹੀ ਹੈ ਕਿ ਤੁਹਾਡੇ ਰੀਫੰਡ ਆ ਜਾਣਗੇ, ਥੋੜਾ ਟਾਈਮ ਲੱਗੇਗਾ। ਤੇ ਕੋਵਿਡ ਕਰਕੇ ਸਾਰਾ ਕੁਝ ਟਾਈਮ ਲੱਗ ਰਿਹਾ। ਫਿਰ ਸਾਰੇ ਬੱਚੇ ਵੇਟ ਕਰਦੇ ਰਹੇ ਜਦੋਂ ਕਿ 10 ਤੋਂ ਜਨਵਰੀ ਤੋਂ ਬਾਅਦ ਉੱਥੇ 11 ਜਨਵਰੀ ਦੀ ਡੇਟ ਕੈਨੇਡਾ 'ਚ ਹੋਈ ਤਾਂ ਅਸੀਂ ਇੱਥੋਂ ਵੀ ਮੇਲਸ ਪਾਈਆਂ ਕਾਲਜ ਨੂੰ ਤੇ ਉੱਥੋਂ ਦੇ ਜਿਹੜੇ ਬੱਚੇ ਸੀ ਉਹ ਵੀ ਕਾਲਜ ਗਏ। ਤਾਂ ਦੇਖਣ ਵਾਲੀ ਗੱਲ ਇਹ ਹੋਈ ਕਿ ਕਾਲਜ ਉੱਥੇ ਬੰਦ ਹੋ ਗਏ ਸੀ। ਇਹ ਕਾਲਜ ਮੇਨ ਸਾਰਾ ਸ਼ਟਡਾਊਨ ਆਪਣਾ ਕਰ ਗਏ ਸੀ। ਉੱਥੇ ਬੱਚੇ ਗਏ, ਉਹਨਾਂ ਨੂੰ ਕੋਈ ਰਿਸਪੌਂਸ ਨਹੀਂ ਅੱਗੇ। ਤੇ ਫਿਰ ਸਾਨੂੰ 11 ਜਨਵਰੀ ਤੋਂ 12 ਜਨਵਰੀ ਨੂੰ ਪਤਾ ਲੱਗਦਾ ਕਿ ਜਿਹੜੀ 6 ਜਨਵਰੀ 2022 ਸੀ ਤਾਂ ਕਾਲਜ ਨੇ ਆਪਣੇ ਆਪ ਨੂੰ ਬੈਂਕਰਪਟ ਸ਼ੋਅ ਕਰਤਾ ਤੇ ਇਹਨੂੰ ਸਰਕਾਰ ਨੂੰ ਆਪਣੇ ਆਪ ਨੂੰ ਸੌਂਪਤਾ ਉਹਨਾਂ ਨੇ ਕਿ ਅਸੀਂ ਬੈਂਕਰਪਟ ਹੋ ਗਏ ਹਾਂ ਤੇ ਜੋ ਵੀ ਅੱਗੇ ਦਾ ਫੈਸਲਾ ਉਹ ਸਰਕਾਰ ਲੀਗਲ ਐਕਸ਼ਨ ਜੋ ਵੀ ਬਣਦਾ ਉਹ ਲੈ ਕੇ ਗਵਰਨਮੈਂਟ ਕਰੇਗੀ। ਤੇ ਫਿਰ ਸਾਰੇ ਬੱਚੇ ਉੱਥੋਂ ਦੇ ਵੀ ਤੇ ਇੱਥੋਂ ਦੇ ਵੀ ਇੱਕ ਉਹਨਾਂ ਨੇ ਆਪਣੀ ਯੂਥ ਆਰਗੇਨਾਈਜੇਸ਼ਨ ਬਣਾਈ ਤੇ ਉਹ ਆਰਗੇਨਾਈਜੇਸ਼ਨ ਬਣਾਉਣ ਤੋਂ ਬਾਅਦ ਅੱਗੇ ਦਾ ਜੋ ਵੀ ਪ੍ਰੋਟੈਸਟ ਵਗੈਰਾ ਉਹ ਕਰਨੇ ਸ਼ੁਰੂ ਕਰਤੇ। ਤੇ ਸਾਡੀ ਪਿਛਲੇ ਦਿਨੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਮੀਟਿੰਗ ਹੋਈ ਸੀ ਜਿਹਦੇ 'ਚ ਪੰਜਾਬ ਯੂਨੀਵਰਸਿਟੀ ਦੀਆਂ ਸਟੂਡੈਂਟ ਆਰਗੇਨਾਈਜੇਸ਼ਨ ਤੇ ਸਾਡੇ ਨਾਲ ਦੇ ਬੱਚੇ ਸਾਰੇ ਤੇ ਸਾਡੇ ਨਾਲ ਕਿਸਾਨ ਜਥੇਬੰਦੀਆਂ ਤੋਂ ਆਏ ਸੀ, ਡਕੌਂਦਾ ਤੋਂ ਤੇ ਇੱਕ ਨੌਜਵਾਨ ਭਾਰਤ ਸਭਾ ਤੋਂ ਉਹ ਅੱਜ ਵੀ ਸਾਡੇ ਨਾਲ ਆਏ ਨੇ, ਉਹ ਵੀ ਆਏ ਸੀ ਸਾਡੇ ਨਾਲ। ਤੇ ਉਹਨਾਂ ਨੇ ਸਾਰਿਆਂ ਨੇ ਕਿਹਾ ਕਿ ਅਸੀਂ ਤੁਹਾਡੀ ਸਪੋਰਟ 'ਚ ਖੜੇ ਹਾਂ ਤੇ ਉੱਥੇ ਹੀ ਅਸੀਂ ਡਿਸਾਈਡ ਕੀਤਾ ਕਿ ਅਸੀਂ ਇੱਕ ਪ੍ਰੈਸ ਕਾਨਫਰੰਸ ਕਰੀਏ ਕਿ ਉਹ ਤੋਂ ਬਾਅਦ ਤਾਂ ਕਿ ਮੀਡੀਆ ਦੇ ਵਿੱਚ ਸਾਡੀ ਗੱਲ ਜਿਹੜੀ ਮੀਡੀਆ ਜਿਹੜਾ ਹੈਗਾ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਪ੍ਰੈਸ ਮੀਡੀਆ ਜੋ ਵੀ ਆਪਣਾ ਹੈਗਾ ਇਹਨਾਂ ਦੇ ਹੀ ਜ਼ਰੀਏ ਅਸੀਂ ਸੋਚਦੇ ਹਾਂ ਕਿ ਸਾਡਾ ਰੀਫੰਡ ਦਾ ਜਿਹੜਾ ਪ੍ਰੋਸੈਸ ਹੈ ਉਹ ਜਲਦੀ ਤੋਂ ਜਲਦੀ ਹੋ ਸਕੇ ਕਿਉਂਕਿ ਇਹ ਸਾਡੀ ਜਿਹੜੀ ਕਮਾਈ ਹੈ 8 ਤੋਂ 9 ਲੱਖ ਦੀ ਜਿਹੜੀ ਸਾਡੇ ਘਰਦਿਆਂ ਦੀ ਕਮਾਈ ਹੈ ਉਹਨਾਂ ਦੇ ਪੈਸੇ ਨੇ, ਮਿਹਨਤ ਦੀ ਕਮਾਈ ਹੈ ਤੇ ਸਭ ਨੇ ਲਾਏ ਆ ਤੇ ਅਸੀਂ ਚਾਹੁੰਦੇ ਹਾਂ ਕਿ ਜੋ ਸਾਡਾ ਹੱਕ ਬਣਦਾ ਉਹ ਸਾਨੂੰ ਵਾਪਸ ਸਾਡਾ ਰੀਫੰਡ ਆਵੇ
ਤੇ ਅਸੀਂ ਤੁਹਾਡੇ ਹੀ ਜਰੀਏ ਜਿਹੜੀ ਸਾਡੀ ਐਕਸਟਰਨਲ ਮਿਨਿਸਟਰੀ ਹੈ ਉਹਨਾਂ ਨੂੰ ਵੀ ਰਿਕੁਐਸਟ ਕਰਦੇ ਹਾਂ ਤੇ ਉਹਨਾਂ ਨੂੰ ਅਸੀਂ ਆਉਣ ਵਾਲੇ ਦਿਨਾਂ 'ਚ ਅਸੀਂ ਇੱਕ ਪ੍ਰੋਟੈਸਟ ਦੀ ਡੇਟ ਹੈ ਜਿਹੜੀ ਉਹ ਅਨਾਉਂਸ ਕਰ ਰਹੇ ਹਾਂ। ਫਿਲਹਾਲ ਸਾਡਾ ਅਸੀਂ 10 ਫਰਵਰੀ ਦਾ ਪ੍ਰੋਟੈਸਟ ਜਿਹੜਾ ਕਿ ਅੰਬੈਸੀ ਦੇ ਬਾਹਰ ਕੈਨੇਡਾ ਅੰਬੈਸੀ ਜਿਹੜੀ ਆਪਣੀ ਹੈਗੀ ਇੱਥੇ ਅਲੈਂਟੇ ਉੱਥੇ ਅਸੀਂ ਰੱਖਣ ਦੀ ਮਤਲਬ ਕੋਸ਼ਿਸ਼ ਕੀਤੀ ਹੈ। ਤੇ ਫਿਲਹਾਲ ਅਸੀਂ ਦੇਖਦੇ ਹਾਂ ਜਿਹੜੇ ਸਾਡੇ ਮੌਂਟਰੀਅਲ ਦੇ ਵਿੱਚ ਸਾਡੇ ਨਾਲ ਦੇ ਸਟੂਡੈਂਟਸ ਹੈਗੇ ਨੇ ਕਿਉਂਕਿ ਉੱਥੇ ਉਹ ਵੀ ਸਫਰ ਕਰ ਰਹੇ ਨੇ ਇਸ ਚੀਜ਼ ਨੂੰ। ਉਹਨਾਂ ਦੀ ਸਟੱਡੀ ਅੱਧ ਵਿਚਾਲੇ ਕਿਤੇ ਨਾ ਕਿਤੇ ਰੁਕ ਗਈ ਹੈ। ਸਟੱਡੀ ਰੁਕਣ ਤੋਂ ਬਾਅਦ ਕੀ ਹੈ, ਹੁਣ ਨਾ ਹੀ ਉਹਨਾਂ ਨੂੰ ਦਿਖ ਰਿਹਾ ਕਿ ਉਹਨਾਂ ਨੂੰ ਵਰਕ ਪਰਮਿਟ ਮਿਲੇਗਾ ਜਾਂ ਨਹੀਂ, ਕਿਸੇ ਦਾ ਵੀਜ਼ਾ ਐਕਸਪਾਇਰ ਹੋਣ 'ਤੇ ਹੈ ਕਿ ਉਹਨਾਂ ਨੂੰ ਵੀਜ਼ਾ ਅੱਗੇ ਮਿਲੇਗਾ, ਗਵਰਨਮੈਂਟ ਕੀ ਕਰਦੀ ਹੈ। ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਵੀ ਜਸਟਿਸ ਮਿਲੇ ਤੇ ਨਾਲ ਹੀ ਸਾਨੂੰ ਜਿਹੜੇ ਕਿ ਸਾਰੇ ਬੱਚੇ ਇੰਡੀਆ 'ਚ ਬੈਠੇ ਆ ਉਹਨਾਂ ਨੂੰ ਵੀ ਜਸਟਿਸ ਜਿਹੜਾ ਇਹਦਾ ਮਿਲੇ। 1.5 ਸਾਲ ਸਟੱਡੀ ਕੀਤੀ ਹੈ ਤੇ ਉਹਨਾਂ ਨੂੰ ਰਿਫਿਊਜ਼ਲ ਦਾ ਇਹ ਰੀਜ਼ਨ ਦਿੱਤਾ ਗਿਆ ਤੁਸੀਂ ਬਾਹਰ ਜਾ ਕੇ ਵਾਪਿਸ ਨਹੀਂ ਆਓਗੇ, ਵਿਚ ਇਜ਼ ਨਾਟ ਅ ਜੈਨੂਅਨ ਰੀਜ਼ਨ। ਮੰਨਿਆ ਕਿ ਕਦੇ ਕਿਸੇ ਫਾਈਲ ਸਟਰੋਂਗ ਨਹੀਂ ਹੁੰਦੀ, ਉਹਨਾਂ ਨੂੰ ਇਹ ਰੀਜ਼ਨ ਦਿੱਤੇ ਜਾਂਦੇ ਸੀਗੇ, ਪਰ ਐਵੇਂ ਨਹੀਂ ਹੋ ਸਕਦਾ ਕਿ 100% ਦੇ ਵਿੱਚ ਤੁਸੀਂ 90% ਸਟੂਡੈਂਟਸ ਨੂੰ ਇਹੀ ਰੀਜ਼ਨ ਦੇ ਰਹੇ ਹੋ ਕਿ ਉਹ ਬਾਹਰ ਸਿਰਫ ਪੱਕੇ ਹੋਣ ਲਈ ਜਾ ਰਹੇ ਨੇ ਜਾਂ ਉਹ ਵਾਪਿਸ ਇੰਡੀਆ ਨਹੀਂ ਆਉਣਗੇ। ਤਾਂ ਇਹ ਸਿਰਫ ਇੱਕ ਸਾਨੂੰ ਰੀਜ਼ਨ ਦਿੱਤਾ ਗਿਆ ਕਿ ਸਾਨੂੰ ਰਿਫਿਊਜ਼ਲ ਦਾ ਇੱਕ ਰੀਜ਼ਨ ਦਿੱਤਾ ਗਿਆ ਆ ਤੇ ਅਸੀਂ ਚਲੋ ਇਸ ਚੀਜ਼ ਨੂੰ ਵੀ ਐਕਸੈਪਟ ਕਰਦੇ ਹਾਂ ਕਿ ਰਿਫਿਊਜ਼ਲ ਕਿਤੇ ਨਾ ਕਿਤੇ ਆ ਜਾਂਦੀ ਹੈ ਲੋਕਾਂ ਦੀ, ਕੋਈ ਬੜੀ ਗੱਲ ਨਹੀਂ ਹੈਗੀ, ਬਟ ਐਟਲੀਸਟ ਸਾਨੂੰ ਸਾਡਾ ਪੈਸਾ ਰਿਫੰਡ ਕੀਤਾ ਜਾਵੇ ਕਿਉਂਕਿ ਸਾਡੇ ਪੇਰੈਂਟਸ ਨੇ ਅੱਜ ਤੱਕ ਆਪਣੀ ਜਿੰਨੀ ਵੀ ਕਮਾਈ ਆ ਉਹਨਾਂ ਨੂੰ ਇਕੱਠਾ ਕਰਕੇ ਸਾਨੂੰ ਬਾਹਰ ਭੇਜਣ ਦੀ ਕੋਸ਼ਿਸ਼ ਕੀਤੀ ਸੀ ਤਾਂ ਕਿ ਸਾਡਾ ਫਿਊਚਰ ਬਣ ਸਕੇ। ਲੇਕਿਨ ਐਟ ਦਾ ਐਂਡ ਕੀ ਹੋ ਰਿਹਾ, ਉਹ ਲੋਕੀ ਵੀ ਡਿਪਰੈਸ਼ਨ 'ਚ ਆ, ਅਸੀਂ ਵੀ ਡਿਪਰੈਸ਼ਨ 'ਚ ਆ। 2 ਸਾਲਾਂ ਤੋਂ ਸਾਡਾ ਫਿਊਚਰ ਰੁਕਿਆ ਹੋਇਆ, ਨਾ ਤਾਂ ਆਪਾਂ ਇੱਥੇ ਸਟੱਡੀ ਕਰ ਸਕਦੇ ਹਾਂ ਨਾ ਅਸੀਂ ਬਾਹਰ ਕਿਤੇ ਟਰੈਵਲ ਕਰ ਸਕਦੇ ਹਾਂ ਕਿਉਂਕਿ ਜਿਹੜਾ ਸਾਡਾ ਅਮਾਊਂਟ ਆ ਕਿਸੇ ਨੇ ਲੋਨ ਚੱਕ ਕੇ ਲਾਇਆ, ਕਿਸੇ ਨੇ ਆਪਣੀ ਜ਼ਮੀਨਾਂ ਗਹਿਣੇ ਧਰੀਆਂ ਨੇ। ਸਭ ਨੂੰ ਪਤਾ ਕਿ ਬਾਹਰ ਜਾਣ ਲਈ ਪੈਸਾ ਲੋਕੀ ਕਿਵੇਂ ਇਕੱਠੇ ਕਰਦੇ ਆ। ਇਟਸ ਨਾਟ ਅ ਈਜ਼ੀ ਟਾਸਕ ਕਿ ਆਪਾਂ ਇੱਕਦਮ 18 ਤੋਂ 19 ਲੱਖ ਰੁਪਇਆ ਇਕੱਠਾ ਕਰ ਲਈਏ ਤੇ ਉਹ ਪੈਸਾ ਸਾਡਾ ਇੰਨੇ ਬੁਰੀ ਤਰੀਕੇ ਨਾਲ ਫਸਿਆ ਕਿ ਸਾਨੂੰ ਇਹ ਵੀ ਨਹੀਂ ਹਜੇ ਪਤਾ ਲੱਗ ਰਿਹਾ ਕਿ ਉਹ ਪੈਸਾ ਵਾਪਿਸ ਆਏਗਾ ਜਾਂ ਨਹੀਂ ਆਏਗਾ। ਬਹੁਤ ਸਾਰੇ ਬੱਚੇ ਡਿਪਰੈਸ਼ਨ 'ਚ ਜਾ ਚੁੱਕੇ ਨੇ, ਬਹੁਤ ਸਾਰੀ ਫੈਮਲੀਜ਼ ਇਹੋ ਜਿਹੀਆਂ ਨੇ ਜੋ ਬੱਚਿਆਂ ਨੂੰ ਕੁਐਸਚਨ ਕਰਦੀਆਂ ਨੇ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਏਜੰਟ ਸਾਨੂੰ ਮਿੱਠੀ ਮਿੱਠੀ ਗੋਲੀਆਂ ਦਿੰਦੇ ਰਹਿੰਦੇ ਨੇ। ਫੋਰ ਐਗਜ਼ਾਮਪਲ ਕੁਛ ਏਜੰਟਸ ਇਹ ਬੋਲਦੇ ਨੇ ਕਿ ਮੈਮ ਉਹਨਾਂ ਨੇ ਗਵਰਨਮੈਂਟ ਤੋਂ ਫੰਡ ਡਿਮਾਂਡ ਕੀਤੀ ਆ। ਜਦੋਂ ਮੈਂ ਆਪਣੀ ਏਜੰਟ ਕੋਲ ਗਈ ਸੀ ਉਹਨਾਂ ਨੇ ਮੈਨੂੰ ਇਹ ਬੋਲਿਆ ਕਿ ਸਿਮਰਨ ਐਵੇਂ ਦਾ ਕੁਛ ਨਹੀਂ ਹੈਗਾ, ਬੈਂਕ ਕਰਪਟ ਨਹੀਂ ਹੋਏ ਕਾਲਜ, ਉਹਨਾਂ ਨੇ ਸਿਰਫ ਗਵਰਨਮੈਂਟ ਤੋਂ ਫੰਡ ਡਿਮਾਂਡ ਕੀਤੀ ਆ। ਲੇਕਿਨ ਬਾਅਦ 'ਚ ਜਦੋਂ ਸਾਡਾ ਬਾਹਰਲੇ ਸਟੂਡੈਂਟਸ ਨਾਲ ਲਿੰਕ ਬਣਿਆ ਸਾਨੂੰ ਐਕਚੁਅਲ 'ਚ ਪਤਾ ਲੱਗਾ ਕਿ ਐਕਚੁਅਲ 'ਚ ਜੋ ਚੀਜ਼ ਉੱਥੇ ਹੋਈ ਆ ਉਹਨਾਂ ਨੇ ਆਪਣੇ ਆਪ ਨੂੰ ਬੈਂਕ ਕਰਪਟ ਸ਼ੋ ਕੀਤਾ। ਹਜੇ ਵੀ ਉਹ ਇਹ ਬੋਲ ਰਹੇ ਨੇ ਕਿ ਜਦੋਂ ਉਹਨਾਂ ਦੀ ਪ੍ਰੋਪਰਟੀ ਸੇਲ ਹੁੰਦੀ ਆ ਤੇ ਸਭ ਤੋਂ ਪਹਿਲਾਂ ਉਹ ਉੱਥੇ ਦੇ ਜੋ ਬੈਂਕ ਦਾ ਪੈਸਾ ਹੈਗਾ, ਜੋ ਡੈਫਟ ਉਹਨਾਂ ਦਾ ਰਿਹਾ ਆ, ਉਹ ਪਹਿਲਾਂ ਉਹਨਾਂ ਨੂੰ ਦੇਣਗੇ। ਉਸ ਤੋਂ ਬਾਅਦ ਉੱਥੇ ਜਦੋਂ ਬੱਚੇ ਨੇ ਹਜੇ ਤੱਕ ਉਹਨਾਂ ਨੂੰ ਵੀ ਕਲੀਅਰ ਨਹੀਂ ਕੀਤਾ ਜਾ ਰਿਹਾ ਕਿ ਉਹਨਾਂ ਦਾ ਕੀ ਹੋਏਗਾ। ਅਗਰ ਆਪਾਂ ਦੇਖੀਏ ਤਾਂ ਉਹ ਸਾਡੇ ਨਾਲੋਂ ਜ਼ਿਆਦਾ ਸਫਰ ਕਰ ਰਹੇ ਨੇ। ਉਹਨਾਂ ਨੂੰ ਸਡਨਲੀ 1 ਸਾਲ ਦੀ ਸਟੱਡੀ ਕੰਪਲੀਟ ਹੋਣ ਤੋਂ ਪਹਿਲਾਂ ਹੀ ਬੋਲ ਦਿੱਤਾ ਗਿਆ ਕਿ ਤੁਸੀਂ ਸੈਕਿੰਡ ਈਅਰ ਦੀ ਫੀਸ ਸਬਮਿਟ ਕਰਵਾਓ, ਇੱਕ ਡੇਟ ਦੇ ਦਿੱਤੀ ਗਈ। ਉਹਨਾਂ ਨੇ ਕਿੱਦਾਂ ਕਰਕੇ ਉਹ ਪੈਸੇ ਇਕੱਠਾ ਕੀਤਾ ਉਹੀ ਜਾਣਦੇ ਨੇ। ਔਰ ਉਸ ਤੋਂ ਬਾਅਦ ਹੁਣ ਜਦੋਂ ਉਹਨਾਂ ਦੀ 1.5 ਸਾਲ ਦੀ ਸਟੱਡੀ ਕੰਪਲੀਟ ਹੋ ਗਈ ਆ, 6 ਮੰਥਸ ਰਹਿੰਦੇ ਉਹਨਾਂ ਦੀ ਸਟੱਡੀ ਕੰਪਲੀਟ ਹੋਣ ਨੂੰ, ਤਾਂ ਉਹਨਾਂ ਨੂੰ ਬੋਲ ਦਿੱਤਾ ਗਿਆ ਕਿ ਤੁਹਾਡੀ ਜੋ ਕਲਾਸਿਸ ਨੇ ਉਹ ਕੰਟੀਨਿਊ ਨਹੀਂ ਹੋਣਗੀਆਂ। ਕਿਉਂ? ਕਿ ਉਹਨਾਂ ਨੇ ਪੈਸਾ ਨਹੀਂ ਲਾਇਆ। ਉਹ 2-2 ਸਾਲ ਦਾ ਇੱਥੋਂ ਵੀਜ਼ਾ ਲੈ ਕੇ ਗਏ ਨੇ, ਤੁਸੀਂ 1.5 ਸਾਲ ਬਾਅਦ ਉਹਨਾਂ ਨੂੰ ਬੋਲ ਰਹੇ ਹੋ ਕਿ ਉਹ ਉੱਥੇ ਆਪਣੀ ਸਟੱਡੀ ਕੰਟੀਨਿਊ ਨਹੀਂ ਕਰ ਸਕਦੇ। ਉਹ ਕੀ ਕਰਨਗੇ ਉੱਥੇ? ਅਸੀਂ ਵੀ ਉਨਾ ਹੀ ਸਫਰ ਕਰ ਰਹੇ ਹਾਂ ਕਿਉਂਕਿ ਅਸੀਂ ਵੀ 1.5 ਸਾਲ ਤੋਂ 2-2 ਸਾਲ ਤੋਂ ਆਪਣਾ ਜੋ ਹੈਗਾ ਬੈਂਕ ਦਾ ਲੋਨ ਦੇ ਰਹੇ ਹਾਂ। ਕਿਸੇ ਨੇ ਸਾਨੂੰ ਇਹ ਨਹੀਂ ਕਿਹਾ ਕਿ ਤੁਸੀਂ ਆਪਣੇ ਲੋਨ ਦੀ ਕਿਸ਼ਤ EMIs ਨਾ ਦਿਓ, ਨਹੀਂ ਦਿੰਦੇ, ਬੈਂਕ ਵਾਲੇ ਘਰੇ ਆ ਕੇ ਬਹਿੰਦੇ ਆ। ਸਾਨੂੰ ਪਤਾ ਕਿ ਅਸੀਂ ਕਿੰਨਾ ਸਫਰ ਕਰ ਰਹੇ ਹਾਂ ਇਸ ਚੀਜ਼ ਤੋਂ। ਅਸੀਂ ਸਾਰਿਆਂ ਨੂੰ ਰਿਕੁਐਸਟ ਕਰਦੇ ਹਾਂ ਕਿ ਪਲੀਜ਼ ਸਾਡੇ ਨਾਲ ਆ ਕੇ ਖੜੋ। ਇਹ ਬਹੁਤ ਡਿਫਿਕਲਟ ਸਿਚੁਏਸ਼ਨ ਆ ਸਾਡੇ ਲਈ, ਆਪਾਂ ਬਹੁਤ ਜ਼ਿਆਦਾ ਸਫਰ ਕਰਦੇ ਪਏ ਹਾਂ। ਬੀਇੰਗ ਅ ਗਰਲ ਸਮਟਾਈਮਸ ਆਈ ਫੀਲ ਕਿ ਆਮ ਬਰਡਨ ਔਨ ਮਾਈ ਪੇਰੈਂਟਸ ਬਿਕੋਜ਼ ਇਟਸ ਟੂ ਡਿਫਿਕਲਟ ਫॉर them ਕਿ ਉਹ ਮਤਲਬ ਕਿਵੇਂ ਕਰਕੇ ਆਪਣੀ EMIs ਦਿੰਦੇ ਪਏ ਆ। ਤੇ Please subscribe Pravasi TV and press the bell icon.